ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ YouTube ਦੇ ਉੱਪਰ ਮੈਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਜੋ ਸਾਡੇ ਪ੍ਰਚਾਰਕਾਂ ਵੱਲੋਂ ਆਪਣੇ ਸਵਾਰਥਾਂ ਵਾਸਤੇ ਗੁਰਬਾਣੀ ਦੀਆਂ ਪੰਕਤੀਆਂ ਦੀ ਦੁਰਵਰਤੋਂ ਕਰਨ ਦੇ ਉੱਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਸੀ। ਉਸ ਵੀਡੀਓ ਨੂੰ ਸਿੱਖ ਵਾਇਸ ਵਾਲਿਆਂ ਨੇ ਕੱਟ ਵੱਢ ਕਰਕੇ ਐਡੀਟਿੰਗ ਕਰਕੇ ਉਹਦੇ ਵਿੱਚੋਂ ਮਿੰਟ ਕੁ ਦਾ ਕਲਿੱਪ ਬਣਾ ਕੇ ਫੇਸਬੁੱਕ ਦੇ ਉੱਪਰ ਵਾਇਰਲ ਕੀਤਾ ਗਿਆ ਅਤੇ ਲੋਕਾਂ ਨੂੰ ਮੇਰੇ ਵਿਰੁੱਧ ਭੜਕਾਉਣ ਦਾ ਯਤਨ ਕੀਤਾ। ਖੈਰ, ਉਹਨਾਂ ਦੀ ਕੀਤੀ ਹੋਈ ਕੋਸ਼ਿਸ਼ ਉਹਨਾਂ ਨੂੰ ਮੁਬਾਰਕ ਹੋਵੇ, ਪਰ ਮੈਂ ਅੱਜ ਫਿਰ ਇਸੇ ਵਿਸ਼ੇ ਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸੇ ਤਰੀਕੇ ਦੇ ਨਾਲ ਜਿਵੇਂ ਅੱਜ ਅਸੀਂ ਆਪਣੇ ਸਵਾਰਥਾਂ ਦੀ ਪੂਰਤੀ ਵਾਸਤੇ, ਆਪਣੀਆਂ ਗਰਜਾਂ ਦੀ ਪੂਰਤੀ ਵਾਸਤੇ ਗੁਰਬਾਣੀ ਦੀ ਗਲਤ ਵਰਤੋਂ ਕਰਕੇ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਦਾ ਯਤਨ ਕਰਦੇ ਹਾਂ, ਇਹੀ ਹਾਲਾਤ ਗੁਰੂ ਸਾਹਿਬ ਜੀ ਨੇ ਵੀ ਤੱਕੇ ਹੋਣਗੇ ਉਸ ਵੇਲੇ ਦੇ ਆਖੇ ਜਾਂਦੇ ਧਾਰਮਿਕ ਆਗੂਆਂ ਦੇ। ਚਾਹੇ ਉਹ ਧਾਰਮਿਕ ਆਗੂ ਹਿੰਦੂ ਜਗਤ ਦੇ ਨਾਲ ਸੰਬੰਧ ਰੱਖਣ ਵਾਲੇ ਹੋਣ, ਚਾਹੇ ਉਸ ਵੇਲੇ ਦੇ ਧਾਰਮਿਕ ਆਗੂ ਇਸਲਾਮਿਕ ਜਗਤ ਦੇ ਨਾਲ ਸੰਬੰਧ ਰੱਖਣ ਵਾਲੇ ਹੋਣ। ਜੋ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਇਹ ਗੱਲਾਂ ਕਹਿਣੀਆਂ ਪਈਆਂ, ਹਿੰਦੂ ਧਰਮ ਦੇ ਆਗੂਆਂ ਦੀ ਗੱਲ ਕੀਤੀ ਤੇ ਉਸ ਵੇਲੇ ਕਹਿਣਾ ਪਿਆ ਵੀ ਝੂਠ ਨਾ ਬੋਲ ਪਾਂਡੇ, ਸੱਚ ਕਹੀ ਹੈ। ਹਿੰਦੂ ਧਰਮ ਦਾ ਆਗੂ ਉਹ ਵੀ ਝੂਠ ਬੋਲ ਬੋਲ ਕੇ ਆਪਣੇ ਗ੍ਰੰਥਾਂ ਦੇ ਹਵਾਲੇ ਦੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ। ਔਰ ਇਸੇ ਤਰੀਕੇ ਦੇ ਨਾਲ ਇਸਲਾਮੀ ਜਗਤ ਦਾ ਆਗੂ ਕਾਜੀ, ਉਹਦੇ ਸੰਬੰਧ ਵਿੱਚ ਵੀ ਗੁਰੂ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਵਰਤੇ ਸਨ ਵੀ ਕਾਜੀ ਹੋਏ ਕੈ ਬਹਿ ਨ ਆਏ, ਫੇਰੇ ਤਸਬੀਹ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ। ਕਿ ਕਾਜੀ ਇਸਲਾਮ ਧਰਮ ਦਾ ਆਗੂ ਜਿਸ ਦੇ ਕੋਲ ਨਿਆਂ ਕਰਨ ਦੀ, ਇਨਸਾਫ ਕਰਨ ਦੀ, ਲੋਕਾਂ ਦੇ ਫੈਸਲੇ ਕਰਨ ਦੀ ਤਾਕਤ ਸੀ, ਉਹ ਜਿਸ ਵੇਲੇ ਇਨਸਾਫ ਕਰਨ ਵਾਸਤੇ ਇਨਸਾਫ ਦੀ ਕੁਰਸੀ ਦੇ ਉੱਪਰ ਬੈਠਦਾ ਸੀ, ਭਾਵੇਂ ਕਿ ਉਸ ਦੇ ਹੱਥ ਦੇ ਵਿੱਚ ਤਸਬੀਹ ਪਕੜੀ ਹੁੰਦੀ ਸੀ ਔਰ ਤਸਬੀਹ ਫੇਰਦਿਆਂ ਫੇਰਦਿਆਂ ਆਪਣੀ ਜ਼ੁਬਾਨ ਤੋਂ ਖੁਦਾ ਖੁਦਾ ਵੀ ਕਰਦਾ ਸੀ, ਪਰ ਜਿਸ ਵੇਲੇ ਇਨਸਾਫ ਕਰਨ ਦਾ ਫੈਸਲਾ ਸੁਣਾਉਣ ਦਾ ਵਕਤ ਆਉਂਦਾ ਤਾਂ ਉਸ ਵੇਲੇ ਫਿਰ ਵੱਡੀ ਲੈ ਕੇ ਹੱਕ ਗਵਾਏ, ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਸੀ, ਬੇਦੋਸ਼ੇ ਨੂੰ ਸਜ਼ਾ ਸੁਣਾ ਦਿੰਦਾ ਸੀ ਅਤੇ ਦੋਸ਼ੀ ਨੂੰ ਰਿਹਾ ਕਰ ਦਿੰਦਾ ਸੀ। ਔਰ ਜੇ ਕੋਈ ਉਸ ਦੇ ਕੋਲੋਂ ਉਸ ਦੀ ਕੀਤੀ ਹੋਈ ਇਸ ਬੇਇਨਸਾਫੀ ਦੇ ਸੰਬੰਧ ਦੇ ਵਿੱਚ ਪੁੱਛਦਾ ਤੇ ਉਸ ਵੇਲੇ ਦਾ ਧਾਰਮਿਕ ਆਗੂ ਗੁਰੂ ਸਾਹਿਬ ਜੀ ਨੇ ਆਖਿਆ ਕਿ ਉਸ ਵੇਲੇ ਕੋਈ ਕੁਰਾਨ ਦੀ ਕੋਈ ਨਾ ਕੋਈ ਆਇਤ ਪੜ੍ਹ ਕੇ ਸੁਣਾ ਦਿੰਦਾ ਔਰ ਇਹ ਪ੍ਰਚਾਰ ਕਰਦਾ ਕਿ ਮੈਂ ਜਿਹੜਾ ਫੈਸਲਾ ਕੀਤਾ ਹੈ ਬਿਲਕੁਲ ਸ਼ਰਅ ਦੇ ਅਨੁਸਾਰ ਕੀਤਾ ਹੈ, ਬਿਲਕੁਲ ਆਪਣੇ ਧਾਰਮਿਕ ਗ੍ਰੰਥ ਦੀ ਸਿੱਖਿਆ ਦੇ ਅਨੁਸਾਰ ਕੀਤਾ ਹੈ, ਸ਼ਰਅ ਦੇ ਵਿੱਚ ਇਹੀ ਕੁਝ ਲਿਖਿਆ ਹੋਇਆ ਹੈ। ਤੇ ਆਮ ਲੋਕ ਜਿਨ੍ਹਾਂ ਨੇ ਕਦੇ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਨਹੀਂ ਸੀ ਹੁੰਦਾ, ਉਹ ਇਹਨਾਂ ਧਾਰਮਿਕ ਆਗੂਆਂ ਦੀਆਂ ਗੱਲਾਂ ਦੇ ਉੱਤੇ ਯਕੀਨ ਕਰਕੇ ਇਹਨਾਂ ਦੇ ਬੋਲੇ ਹੋਏ ਝੂਠਾਂ ਦੇ ਅੱਗੇ ਆਪਣਾ ਸਿਰ ਨਿਵਾ ਦਿੰਦੇ। ਅੱਜ ਅਸੀਂ ਪ੍ਰਚਾਰਕ ਲੋਕ ਗੁਰਬਾਣੀ ਦੀ ਵਰਤੋਂ ਜਿਹੜੀ ਹੈ ਬਿਲਕੁਲ ਉਸ ਵੇਲੇ ਦੇ ਕਾਜੀ ਔਰ ਉਸ ਵੇਲੇ ਦੇ ਜੋ ਹਿੰਦੂ ਪੁਜਾਰੀ ਸੀ, ਬਿਲਕੁਲ ਉਸੇ ਤਰਜ਼ ਦੇ ਉੱਤੇ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਕਰ ਰਹੇ ਹਾਂ। ਆਮ ਲੋਕ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਨਹੀਂ ਹੁੰਦੀ, ਜਦੋਂ ਸਾਡੇ ਮੂੰਹੋਂ ਗੁਰਬਾਣੀ ਦੀਆਂ ਪੰਕਤੀਆਂ ਸੁਣ ਲੈਂਦੇ ਹਨ, ਗੁਰਬਾਣੀ ਦੇ ਪ੍ਰਮਾਣ ਸੁਣ ਲੈਂਦੇ ਹਨ, ਤੇ ਉਹ ਲੋਕ ਸਿਰ ਨਿਵਾ ਦਿੰਦੇ ਹਨ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹੀ ਕੁਝ ਲਿਖਿਆ ਹੋਇਆ ਹੈ ਜੋ ਕੁਝ ਇਹਨਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ ਹੈ। ਪਰ ਗੁਰੂ ਸਾਹਿਬ ਜੀ ਦੇ ਉਹ ਬਚਨ ਕਿਸ ਸੰਦਰਭ ਦੇ ਵਿੱਚ ਸਨ, ਉਹ ਅਸੀਂ ਆਮ ਲੋਕਾਂ ਨੂੰ ਦੱਸਦੇ ਹੀ ਨਹੀਂ ਹਾਂ। ਮੈਨੂੰ ਯਾਦ ਹੈ ਆਪ ਜੀ ਦੇ ਵਿੱਚੋਂ ਵੀ ਉਹ ਬਹੁਤੇ ਲੋਕ ਜਿਹੜੇ ਮੇਰੀ ਉਮਰ ਦੇ ਜਾਂ ਮੇਰੇ ਤੋਂ ਥੋੜ੍ਹੇ ਬਹੁਤੇ ਵੱਡੇ ਹੋਣਗੇ, ਚੰਗੀ ਤਰ੍ਹਾਂ ਪਤਾ ਹੋਏਗਾ
कि पंजाब के अंदर 1984 तो बाद 7-8 साल का समा 1991 92 93 तक जितने भी उस वेले शहीदी समागम होंदे सन खाड़कूआं की याद दे विच, ਉਹ जिन्ने भी पोस्टर उस वेले बनते सन, तकरीबन उन्होंने सारे पोस्टरों के उत्ते गुरबाणी दियां ये पंक्तियां जरूर लिखियां हुई होंदियां सन भी जे जीवै पत लथी जाए सब हराम जेता किश खाए। ते मैं खुद भी और बहुतात दे विच लोग इन्हां पंक्तियां दे अर्थ यही लेंदे सन कि जिहड़ियां सरकारां ने वो इस वेले साडी बेपती करदियां पईयां हन ते गुरु साहिब जी ने आखिया है कि जे मनुख दी जिउंदियां जी किधरे बेपती हो जाए तो उसका खाना पीना जिहड़ा है सब कुछ हराम है। जबकि जदों उस सारे श्लोक नूं भी आपां पढ़दे हां, गुरु नानक पातशाह महाराज जी का वो श्लोक कि सो जीविया जिस मन वसिया सोए, नानक अवर न जीवै कोए, जे जीवै पत लथी जाए सब हराम जेता किश खाए। इस श्लोक के अर्थ चाहे प्रोफैसर साहिब सिंह वाले पढ़ लो, चाहे संप्रदायी लोगों के कीते हुए पढ़ लो, फरीदकोटी टीके दे पढ़ लो, ਜਾਂ अपने तौर के उत्ते भी जो इस सारे श्लोक नूं इकट्ठे पढ़ांगे तो इस श्लोक के अर्थ जिहड़े ने साडे सारिਆਂ ਦੀ समझ दे विच आ जावणगे कि गुरु नानक पातशाह जी इस श्लोक दे विच वास्तव दे विच की आख रहे हैं। गुरु साहब तो यह कहते हैं कि असल दे विच सो जीविया जिस मन वसिया सोए। असल दे विच उही मनुख जीवदा है जिस दे मन दे विच परमात्मा का नाम वस जाए। नानक अवर ना जीवै कोए, जिस मनुख दे मन दे विच परमात्मा का नाम नहीं वसिया, इहो जिहा होर कोई भी मनुख गुरु साहब आखदे हन कि उस मनुख नूं मैं जिउंदियां दे विच नहीं गिणदा। प्रोफैसर साहिब सिंह ने और फरीदकोटी टीके के अंदर यही अर्थ जिहड़े हन कीते हुए हैं कि जे जीवै, जे कोई जिउंदा है परमात्मा के नाम नूं अपने मन दे विच वसाउण तो बगैर, तो समझ लो उस मनुख की पत, उस मनुख की इज्जत गवाची हुई है। उस मनुख का खाना पीना पहनना सब कुछ हराम है जे कोई मनुख परमात्मा के नाम नूं अपने मन विच वसाउण तो बगैर जीवदा है। पर उस सारे श्लोक की जगह के उत्ते केवल उपर 2 पंक्तियां लिख के शहीदी समागमां के जितने भी पोस्टर छपते सन उन्हां पोस्टरां के उत्ते ये पंक्तियां लिख के इन्हां पंक्तियां की राही यही सुनेहा दिता जाता सी कि जे किधरे सरकार साडी बेपती करती है तो गुरु साहिब जी का सानू ये हुक्म है कि साडा खाना पीना जिहड़ा है वो हराम है। 1-2 उदाहरणां मैं इस संबंध दे विच होर देणियां चाहुंदा हां क्योंकि पिछले दिनी सिंहनाद टीवी उपर भी प्रभदीप सिंह ते खालसा न्यूज़ वाले बख्शीश सिंह दी जो आपस दे विच गलबात हुई, मेरे उत्ते कुछ सवाल उन्होंने कीते। उन्हां सवालों नूं भी चलो हौली हौली आपां विचारते रहांगे, कोई काहली नहीं है क्योंकि उन्होंने खुद आप 2-3 बारी आखिया है कि उन्होंने वालों ये आखिरी वीडियो होवेगी, वो वीडियो नहीं खेडना चाहते। इस तो बाद जे किसी ने उन्होंने नाल गल करनी होवे ते उन्होंने स्टूडियो दे विच आण के जां एयर दे उपर आण के उन्होंने नाल गलबात कीती जावे। चलो पहलां तो वैसे उन्हों का धन्नवाद कि भावें सिंहनाद वालियां दी नज़र दे विच उन्हों के मुताबिक मेरी कोई अहमियत नहीं है, पर फिर भी 3-4 प्रोग्राम उन्होंने इस संबंध दे विच कर दिते, उन्हों का धन्नवाद। पर जिहड़ी गल उन्होंने आखी है कि इस तो बाद असी होर कोई वीडियो इस संबंध दे विच नहीं बनाउणी, असी वीडियो नहीं खेलनी, साडी ये आखिरी वीडियो है। इस संबंध दे विच मैं ये कहना जरूर चाहांगा कि सिंहनाद वालिओ तुहाडे कोलों रहिया नहीं जाना। तुसी भावें कह दिता है पर तुहाडे कोलों रहिया नहीं जाना। वैसे जे मेरे अंदरों पुछो ना कि मैं कहना की चाहता हाँ तो जिहड़े शब्द मैं वरतने चाहता सी ईमानदारी दे नाल दसां सिंहनाद वास्ते, खालसा न्यूज़ वास्ते ते आ जिहड़े सिख वॉइस वाले ने इन्हां सारियां वास्ते,
ਜਿਹੜੇ ਸ਼ਬਦ ਮੈਂ ਆਪਣੇ ਅੰਦਰੋਂ ਵਰਤਣੇ ਚਾਹੁੰਦਾ ਸੀ, ਉਹ ਮੈਂ ਕਹਿਣਾ ਇਹ ਚਾਹੁੰਦਾ ਸੀ ਵੀ ਤੁਸੀਂ ਕੁੱਤੇ ਦੀਆਂ ਉਹ ਪੂਛਾਂ ਹੋ ਜਿਹੜੀਆਂ ਕਦੇ ਸਿੱਧੀਆਂ ਨਹੀਂ ਹੋ ਸਕਦੀਆਂ। ਕਹਿਣਾ ਮੈਂ ਇਹ ਚਾਹੁੰਦਾ ਸੀ, ਪਰ ਮੈਂ ਇਹ ਨਹੀਂ ਆਖਦਾ, ਕਿਉਂਕਿ ਇਹ ਕਹਿਣਾ ਸੱਭਿਅਕ ਨਹੀਂ ਤੁਸੀਂ ਆਖਦੇ ਹੋ, ਇਹ ਵਰਬਲ ਅਬਿਊਜ਼ ਹੋ ਜਾਣਾ ਹੈ। ਪਰ ਜੇਕਰ ਮੈਂ ਇਹਨਾਂ ਸ਼ਬਦਾਂ ਨੂੰ ਗੁਰਬਾਣੀ ਦੇ ਪੜਦੇ ਦੇ ਵਿੱਚ ਕਹਿ ਦਿਆਂ ਫਿਰ, ਕਿਉਂਕਿ ਸਾਡੇ ਪ੍ਰਚਾਰਕ ਇਹੀ ਕੁਝ ਕਰਦੇ ਨੇ ਛੋਟੇ ਤੋਂ ਲੈ ਕੇ ਵੱਡੇ ਲੈਵਲ ਤੱਕ। ਜਿਵੇਂ ਬੜੇ ਸਤਿਕਾਰ ਦੇ ਨਾਲ ਜਿਸ ਨੂੰ ਤੁਸੀਂ ਕਹਿੰਦੇ ਹੋ ਵੀ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿਣਾ, ਤੁਸੀਂ ਕੋਈ ਗੱਲ ਕਰਦੇ ਹੋ ਪਹਿਲਾਂ ਗੁਰਬਾਣੀ ਦਾ ਪ੍ਰਮਾਣ ਦੇ ਕੇ ਕਹਿੰਦੇ ਹੋ ਵੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਮੈਂ ਤੇ ਗੁਰਬਾਣੀ ਦਾ ਹੀ ਆਸਰਾ ਤੱਕਦਾ ਹਾਂ। ਹੁਣ ਜੇਕਰ ਮੈਂ ਤੁਹਾਨੂੰ ਇਹ ਕਹਿ ਦਿਆਂ ਵੀ ਸਿੱਖਾਂ ਦੇ 9ਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਜੁਗੋਂ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 633 ਉੱਤੇ ਫਰਮਾਉਂਦੇ ਹਨ ਕਿ ਸਵਾਨ ਪੂਛ ਜਿਉ ਭਇਓ ਨ ਸੁਧੋ, ਬਹੁਤ ਯਤਨ ਮੈਂ ਕੀਨੋ। ਕਿ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਤਰੀਕੇ ਦੇ ਨਾਲ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਮੈਂ ਬਹੁਤ ਯਤਨ ਕਰਕੇ ਦੇਖੇ ਹਨ। ਜੇ ਮੈਂ ਇਹ ਗੁਰਬਾਣੀ ਦੀ ਵਰਤੋਂ ਇੱਥੇ ਕਰਦੇ ਹਾਂ ਸਿੱਖ ਵਾਇਸ ਵਾਲਿਆਂ ਵਾਸਤੇ, ਸਿੰਘਨਾਦ ਟੀਵੀ ਵਾਲਿਆਂ ਵਾਸਤੇ ਤੇ ਖਾਲਸਾ ਨਿਊਜ਼ ਵਾਲਿਆਂ ਵਾਸਤੇ, ਕਿ ਜਿਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਕਿ ਸਵਾਨ ਪੂਛ ਜਿਉ ਭਇਓ ਨ ਸੁਧੋ, ਬਹੁਤ ਯਤਨ ਮੈਂ ਕੀਨੋ, ਮੈਂ ਬੜੇ ਯਤਨ ਕਰਕੇ ਦੇਖੇ। ਜਿਸ ਤਰੀਕੇ ਦੇ ਨਾਲ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਉਸੇ ਤਰੀਕੇ ਦੇ ਨਾਲ ਤੁਸੀਂ ਵੀ ਕਦੇ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਣਾ। ਕਿ ਹੁਣ ਠੀਕ ਹੈ? ਕਿਸ ਤਰੀਕੇ ਦੇ ਨਾਲ ਗੁਰਬਾਣੀ ਦੀ ਵਰਤੋਂ ਕਰਨੀ ਪ੍ਰਮਾਣਿਤ ਹੋ ਜਾਏਗੀ? ਹੁਣ ਤੇ ਗੁਰਬਾਣੀ ਦਾ ਹਵਾਲਾ ਦੇ ਕੇ ਮੈਂ ਗੱਲ ਆਖੀ ਆ। ਸਿੱਖ ਵਾਇਸ ਵਾਲਿਆ, ਤੂੰ ਆਪ ਦੱਸੀ ਕਿ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਵਰਤੋਂ ਕਰਨੀ ਜਾਇਜ਼ ਹੈ? ਕਿ ਜੇ ਪ੍ਰਚਾਰਕ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਵਰਤੋਂ ਕਰਨ, ਪ੍ਰਭਦੀਪ ਸਿੰਘ ਜੀ, ਬਖਸ਼ੀਸ਼ ਸਿੰਘ ਜੀ, ਕਿ ਉਹਦੇ ਉੱਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ, ਕਿ ਉਹਦੇ ਉੱਤੇ ਕੋਈ ਕੁੰਡਾ ਨਹੀਂ ਹੋਣਾ ਚਾਹੀਦਾ, ਕਿ ਆਪਣੇ ਅੰਦਰ ਦੀ ਭੜਾਸ ਕੱਢਣ ਵਾਸਤੇ, ਆਪਣੇ ਅੰਦਰ ਦਾ ਗੁੱਸਾ ਕੱਢਣ ਵਾਸਤੇ, ਆਪਣੇ ਅੰਦਰ ਦੀ ਫਰਸਟ੍ਰੇਸ਼ਨ ਪ੍ਰਗਟ ਕਰਨ ਵਾਸਤੇ ਅਸੀਂ ਗੁਰੂ ਸਾਹਿਬ ਜੀ ਦੀਆਂ ਪੰਕਤੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਈਏ? ਦੇਖੋ, ਜੇ ਗੁਰਬਾਣੀ ਨੂੰ ਆਪਣੇ ਬੋਲ ਚਾਲ ਦੇ ਵਿੱਚ ਅਸੀਂ ਵਰਤਣਾ ਚਾਹੁੰਦੇ ਹਾਂ, ਜੇ ਚਾਹੁੰਦੇ ਹਾਂ ਕਿ ਅਸੀਂ ਆਪਣੀ ਨਿੱਜੀ ਗੱਲਬਾਤ ਕਰਦਿਆਂ ਹੋਇਆਂ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਕਰੀਏ, ਤਾਂ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਕਰਨ ਵਾਲੇ ਨੂੰ ਜਿਨ੍ਹਾਂ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਹੈ, ਉਹਨਾਂ ਗੁਰੂਆਂ ਵਾਲੀ ਇਮਾਨਦਾਰੀ ਵੀ ਪਾਲਣੀ ਪਵੇਗੀ। ਇਸ ਬਾਣੀ ਨੂੰ ਰਚਣ ਵਾਲਿਆਂ ਦੇ ਵਿੱਚ ਜਿਹੜੀ ਇਮਾਨਦਾਰੀ ਸੀ, ਉਹ ਇਮਾਨਦਾਰੀ ਗੁਰਬਾਣੀ ਦੀਆਂ ਪੰਕਤੀਆਂ ਨੂੰ ਵਰਤਣ ਵਾਲੇ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਜੇ ਉਹ ਇਮਾਨਦਾਰੀ ਜੀਵਨ ਦੇ ਵਿੱਚ ਨਹੀਂ ਹੈ, ਜੇ ਬੇਈਮਾਨੀ ਆਪਣੇ ਜੀਵਨ ਦੇ ਅੰਦਰ ਅਸੀਂ ਲਿਆਂਦੀ ਹੋਈ ਹੈ, ਤੇ ਬੇਈਮਾਨੀ ਦੇ ਨਾਲ ਜਦੋਂ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਸੁਣਾਵਾਂਗੇ, ਉਹ ਗੁਰਬਾਣੀ ਦੀ ਸਹੀ ਵਰਤੋਂ ਨਹੀਂ, ਉਹ ਗੁਰਬਾਣੀ ਦੀ ਦੁਰਵਰਤੋਂ ਹੋਵੇਗੀ। ਜਿਸ ਦੇ ਉੱਤੇ ਪਾਬੰਦੀ ਲੱਗਣ ਦੀ, ਜਿਸ ਨੂੰ ਬੈਨ ਕਰਨ ਦੀ ਗੱਲ ਜਿਹੜੀ ਸੀ, ਉਹ ਰੇਡੀਓ ਵਿਰਸਾ ਤੋਂ ਵੀ ਕੀਤੀ ਗਈ ਸੀ। ਦੂਸਰੀ ਗੱਲ ਜਿਹੜੀ ਪ੍ਰਭਦੀਪ ਸਿੰਘ ਤੇ ਬਖਸ਼ੀਸ਼ ਸਿੰਘ ਹੁਣਾਂ ਨੇ ਕੀਤੀ ਸੀ, ਆਪਣੇ ਟੀਵੀ ਦੇ ਉੱਪਰ ਸਕਰੀਨ ਸ਼ਾਟ ਦਿਖਾ ਕੇ ਸਰਦਾਰ ਹਰਨੇਕ ਸਿੰਘ ਦੀ ਭਾਸ਼ਾ ਦੇ ਸੰਬੰਧ ਦੇ ਵਿੱਚ, ਉਹ ਮੈਂ ਚੰਗੀ ਤਰ੍ਹਾਂ ਦੇਖੀ ਹੈ, ਚੰਗੀ ਤਰ੍ਹਾਂ ਜੋ ਤੁਸੀਂ ਪੜ੍ਹ ਕੇ ਸੁਣਾਇਆ ਹੈ, ਉਹ ਮੈਂ ਚੰਗੀ ਤਰ੍ਹਾਂ ਸੁਣਿਆ ਹੈ। ਉਹ ਸੁਣਨ ਤੋਂ ਬਾਅਦ ਮੈਨੂੰ ਵਾਕਈ ਇਹ ਜਾਪਿਆ ਹੈ ਕਿ ਉਹ ਸ਼ਬਦ ਜਿਹੜੇ ਸਰਦਾਰ ਹਰਨੇਕ ਸਿੰਘ ਹੁਣਾਂ ਨੇ ਵਰਤੇ ਨੇ, ਉਹ ਸ਼ਬਦ ਉਹਨਾਂ ਨੇ ਸਹੀ ਨਹੀਂ ਵਰਤੇ।
मेरी जदों किधरे उन्होंने नाल गलबात होएगी तो मैं उन्होंने आखांगा कि वह अपने आखे हुए शब्दों की प्रति तुहाडे कोलों माफ़ी मंगण के, क्योंकि वह शब्द जिहड़े ने उन्होंने सही नहीं वरते तुहाडे वास्ते, क्योंकि उन्होंने वरते हुए शब्द भी मैं सुने ने ते जिहड़ियां तुहाडीआं हरकतां ने पिछले 10 सालों तो मैं वो भी देखियां ने, नेड़ियों होके देखियां ने। इस वास्ते मैं इस नतीजे उत्ते पहुंचा हाँ कि जिहड़े शब्द सरदार हरनेक सिंह हुणां ने तुहाडे वास्ते वरते ने, वो शब्द उन्होंने बहुत सॉफ्ट वर्ड यूज किए ने तुहाडे वास्ते। तुहाडीआं करतूतां तुहाडीआं हरकतां ते इहो जिहियां ने, उन्होंने इहदे नालों भी हार्श शब्द जिहड़े ने वो तुहाडे वास्ते वरतने चाहिए सी। हुण इहदे उत्ते भी तुसीं गुरबाणी दा प्रमाण मेरे कोलों चाहुंदे हो। गुरु साहब ने आख्या ना बाणी विच, गुरु अंगद देव जी का प्रमाण दे देना कि जैसा करे कहावै तैसा ऐसी बनी जरूरत। जिहो जे कोई काम करदा है उहो जिहा उहदा नाम पै जांदा है। जे हरनेक सिंह ने तुहाडा नाम इहो जिहा पाया है, तुहाडे वास्ते शब्द इहो जिहे वरते ने, ते कारण तुहाडीआं करतूतां इहो जिहियां सी। गुरबाणी का प्रमाण तो मैं इत्थे भी दे दिता। हालांकि गल सही है, जे हरनेक सिंह दे बोले हुए शब्द तुसी लभण वास्ते इन्नी मेहनत की, जे किधरे इहदे नालों अद्धी मेहनत तुसी कर लेंदे अपनी करतूतां नूं वेखण ते। खालसा न्यूज़ दे उत्ते पिछले 10 सालों तो जिहड़ियां पोस्टां पै रहीआं ने, जिस तरीके दे नाल फोटोआं एडिट कीतियां जा रहीआं ने, जिस तरीके की बोलचाल की भाषा जिहड़ी है उत्थे वरती जा रही है, जिहो जे आर्टिकल जिहड़े ने उत्थे पै रहे ने, मैं बाणी का प्रमाण फिर इहदे उत्ते दे दिंदा हाँ। जे तुसी गुरबाणी के प्रमाणों द्वारा ही समझना है, बाबा फरीद जी का बोल मैं फिर इत्थे वरत दिंदा हाँ कि फरीदा जे तू अकल लतीफ आ, काले लिख ना लेख, आपनड़े गिरीवान में सिर नीवा कर देख। हुण गुस्सा ते मैं अपने कढ़ रहा हाँ, पंक्तियां मैं फिर गुरबाणी दियां सुना दित्तियां कि दूसरे दे काले लेखां दा लेखा जोखा करन तो पहलां अपने गिरीवान दे अंदर झाती मार के देख ला। जे तू वाकई सियाणा है, जे तू वाकई अकल लतीफ है, जे तू वाकई बरीक अकल वाला है, तो यह गुरबाणी के प्रमाण मैं नहीं, तुसी भी दे सकते हो सकता मैं 4 प्रमाण दियां, तुसी 20 प्रमाण दे दिओ, प्रोफैसर साहब 50 प्रमाण दे देण, कितना तजर्बा उन्होंने कोल लंबे समय का। पर सवाल तो यह है ना भी कि गुरु साहब ने अज तो 500-700 साल पहला बाणी इस मकसद वास्ते रची सी कि जदों इन्हां दा आपस दे विच झगड़ा होएगा, अपने मतलब वास्ते हरेक सिख गुरबाणी दीयां पंक्तियां चकेगा ते गुरबाणी दीयां पंक्तियां पढ़ के दूसरे नूं सुना देवेगा ते दूसरे नूं झूठा साबित करेगा। बख्शीश सिंह जी, तुहानूं ते याद होना है अज तो 3-4 साल पहला खालसा न्यूज़ दे विच कई हफ्ते तुसी एक शब्द की बार बार वरतों की। गुरु ग्रंथ साहिब जी के अंदर जिन्ने भी शब्द ने जिन्हां दे विच मूर्ख लफ्ज आया सी, और भाई गुरदास जी दियां जिन्नियां भी वारां दे विच मूर्ख शब्द आया, जिन्नियां भी पौड़ियां दे विच मूर्ख शब्द आया, तुसी हर रोज़ एक पौड़ी एक शब्द जिहड़ा सी वो खालसा न्यूज़ के उत्ते पाउंदे सी, ये साबित करने वास्ते कि हरनेक सिंह मूर्ख आ, कि गुरु साहब जी ने ਜਾਂ भाई गुरदास जी ने उन्हां लफ्ज़ों की वरतों इस वास्ते की सी भी 21वीं सदी दे विच जिस वेले खालसा न्यूज़ का हरनेक सिंह दे नाल झगड़ा होएगा तो हरनेक सिंह नूं मूर्ख साबित करने वास्ते मैं खालसा न्यूज़ वालियां वास्ते आ शब्द जिहड़े हन, आ पौड़ियां जिहड़ियां हन, ये मैं लिख दियां कि जिस तरीके दे नाल उस वेले गुरबाणी के शब्दों की जां भाई गुरदास जी दियां वारां की दुरवरतों की गई, वो जायज़ सी कि उहदे उत्ते पाबंदी नहीं सी लगनी चाहिए कि तैनूं अपनी गल कहण वास्ते गुरबाणी दा भाई गुरदास जी दियां वारां दा सहारा क्यों लेना पै रहा है। बाकी जिहड़ा तुसीं मैनूं आख्या है ना भी जिहड़ी औकात शब्द की गल मैं इत्थे वीडियो दे विच कह दित्ती है कि जे मेरे विच हिम्मत आ तो मैं गुरुद्वारा साहिब विखे जाके उस औकात शब्द की उस तरीके दे नाल व्याख्या करा,
ਜੇ ਤੁਸੀਂ ਇਹ ਚਾਹੁੰਦੇ ਹੋ ਠੀਕ ਆ, मैं ਤੁਹਾਡੀ ਗੱਲ ਮੰਨ ਲੈਂਦਾ, पर मेरे कोलों औकात शब्द की व्याख्या कराउण तो पहला एक काम तुसीं भी करो ना, प्रोफैसर साहब नूं थोड़ा बहुता सहारा दिओ, उन्होंने उठालो, उन्होंने आखो भी 10वें ग्रंथ दे अनूप कौर वाले ਉਹ ਚਰਿੱਤਰ जिस ਦੀ व्याख्या ਕਰਨ ਕਰਕੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਸੀ, ਉਸੇ ਤ੍ਰਿਆ ਚਰਿੱਤਰ ਦੀ ਵਿਆਖਿਆ ਵੀ ਉਸੇ ਗੁਰਦੁਆਰੇ ਜਾ ਕੇ ਕਰਿਆ ਹੁਣ। ਉਸ ਤੋਂ ਬਾਅਦ ਔਕਾਤ ਸ਼ਬਦ ਦੀ ਵਿਆਖਿਆ ਮੈਂ ਵੀ ਉੱਥੇ ਕਰ ਦਿਆਂਗਾ। ਉਹ 10ਵੇਂ ਗ੍ਰੰਥ ਦਾ ਜਿਹੜਾ 21ਵਾਂ 22ਵਾਂ 23ਵਾਂ ਚਰਿੱਤਰ ਆ, ਜਿਹਦੀ ਵਿਆਖਿਆ ਉਹਨਾਂ ਨੇ ਕੀਤੀ ਸੀ, ਜਿਸ ਕਰਕੇ ਉਹਨਾਂ ਨੂੰ ਪੰਥ ਦੇ ਵਿੱਚੋਂ ਅਕਾਲ ਤਖਤ ਤੋਂ ਛੇਕਿਆ ਗਿਆ ਸੀ, ਉਸੇ ਤ੍ਰਿਆ ਚਰਿੱਤਰ ਦੀ ਇੱਕ ਵਾਰੀ ਵਿਆਖਿਆ ਜਿਹੜੀ ਹੈ ਦੁਬਾਰਾ ਉਸੇ ਗੁਰਦੁਆਰੇ ਕਰ ਦੇਣ। ਉਸ ਤੋਂ ਬਾਅਦ ਮੈਂ ਔਕਾਤ ਸ਼ਬਦ ਦੀ ਉੱਥੇ ਵਿਆਖਿਆ ਕਰ ਦਿਆਂਗਾ। ਨਾਲੇ ਹੁਣ ਜਿਸ ਰੇਡੀਓ ਵਿਰਸਾ ਤੋਂ ਅਸੀਂ ਗੱਲ ਕਰਦੇ ਸੀ, ਉਹ ਰੇਡੀਓ ਵਿਰਸਾ ਤੇ ਬੰਦ ਪਿਆ, ਪਤਾ ਨਹੀਂ ਮਹੀਨਾ ਬੰਦ ਰਹਿਣਾ, 2 ਮਹੀਨੇ ਬੰਦ ਰਹਿਣਾ, 6 ਮਹੀਨੇ, ਸ਼ਾਇਦ ਪੱਕਾ ਹੀ ਬੰਦ ਹੋ ਜਾਏ। ਹਰਨੇਕ ਸਿੰਘ ਹੁਣੇ ਹਸਪਤਾਲ ਦੇ ਵਿੱਚ ਨੇ, ਉਹਨਾਂ ਨੂੰ ਅਜੇ ਕਿੰਨਾ ਸਮਾਂ ਲੱਗਦਾ ਹੈ, ਔਰ ਠੀਕ ਹੋਣ ਤੋਂ ਬਾਅਦ ਵੀ ਉਹ ਰੇਡੀਓ ਦੇ ਉੱਤੇ ਆ ਪਾਉਂਦੇ ਆ ਕਿ ਨਹੀਂ ਆ ਪਾਉਂਦੇ, ਕਿਉਂਕਿ ਜਿਤਨੇ ਵਹਿਸ਼ੀਆਨਾ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਵਾਰ ਕੀਤੇ ਗਏ। ਹੁਣ ਪਤਾ ਨਹੀਂ ਉਹਨਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ, ਜੇ ਹੋ ਸਕਦਾ ਉਹਨਾਂ ਦੀਆਂ ਅੱਖਾਂ ਦੇ ਉੱਤੇ ਕੋਈ ਅਸਰ ਪੈ ਗਿਆ ਹੋਵੇ, ਸ਼ਾਇਦ ਪ੍ਰੋਗਰਾਮ ਨਾ ਕਰ ਸਕਣ। ਚਲੋ ਜੇ ਅੱਖਾਂ ਦੇ ਉੱਤੇ ਅਸਰ ਹੋਵੇ ਤਾਂ ਐਨਕ ਲਗਾ ਕੇ ਤੁਸੀਂ ਪ੍ਰੋਗਰਾਮ ਕਰ ਲਓਗੇ, ਜੇ ਉਹਨਾਂ ਦੇ ਕੰਨਾਂ ਦੇ ਉੱਤੇ ਸੁਣਨ ਦੇ ਉੱਤੇ ਕੋਈ ਅਸਰ ਪੈ ਗਿਆ ਹੋਇਆ ਫਿਰ ਤੇ ਔਖਾ ਹੈ ਨਾ। ਜਿਹੜਾ ਬੰਦਾ ਸੁਣ ਨਹੀਂ ਸਕਦਾ ਉਹ ਕਿਸ ਤਰੀਕੇ ਦੇ ਨਾਲ ਪ੍ਰੋਗਰਾਮ ਕਰੇਗਾ। ਚਲੋ ਵੀ ਆਪਾਂ ਜੇ ਮੰਨ ਲਈਏ ਵੀ ਚਲੋ ਆਪਣੀ ਗੱਲ ਕਹਿ ਕੇ ਉਹ ਚਲੇ ਜਾਇਆ ਕਰਨਗੇ, ਪਰ ਜਿਤਨੀਆਂ ਸੱਟਾਂ ਉਹਨਾਂ ਦੇ ਮਾਰੀਆਂ ਗਈਆਂ, ਜੇ ਉਹਨਾਂ ਦੇ ਬ੍ਰੇਨ ਦੇ ਉੱਤੇ, ਉਹਨਾਂ ਦੀ ਯਾਦ ਸ਼ਕਤੀ ਦੇ ਉੱਤੇ ਕੋਈ ਅਸਰ ਪੈ ਗਿਆ ਹੋਇਆ ਫਿਰ ਤੇ ਪ੍ਰੋਗਰਾਮ ਨਹੀਂ ਕਰ ਸਕਣਗੇ, ਕਿਉਂਕਿ ਸਾਡੇ ਵਾਸਤੇ ਤੇ ਉਹਨਾਂ ਨੇ ਜਿੰਨਾ ਕੰਮ ਕਰਨਾ ਸੀ ਉਹ ਕਰ ਦਿੱਤਾ, ਆਪਣੀ ਹੈਸੀਅਤ ਦੇ ਨਾਲੋਂ ਜ਼ਿਆਦਾ ਕੰਮ ਉਹਨਾਂ ਨੇ ਕਰ ਦਿੱਤਾ। ਹੁਣ ਜੋ ਕੁਝ ਵੀ ਉਹ ਕਰਨਗੇ ਉਹ ਸਾਡੇ ਵਾਸਤੇ ਤੇ ਬੋਨਸ ਹੀ ਹੋਏਗਾ, ਪਰ ਵਾਪਸ ਉਸ ਹਾਲਤ ਦੇ ਵਿੱਚ ਆਉਣ ਵਾਸਤੇ ਪਤਾ ਨਹੀਂ ਸਾਲ ਲੱਗਦਾ, 2 ਸਾਲ ਲੱਗਦਾ ਕਿ ਸ਼ਾਇਦ ਨਹੀਂ ਆ ਸਕਣਗੇ। ਪਰ ਤੁਸੀਂ ਤੇ ਹੁਣ ਤੁਹਾਡੇ ਮੋਢਿਆਂ ਦੇ ਉੱਤੇ ਹੁਣ ਕੌਮ ਦਾ ਭਾਰ ਪਿਆ ਹੋਇਆ, ਮੋਢੇ ਆਪਣੇ ਮਜ਼ਬੂਤ ਰੱਖੋ ਥੋੜੇ ਜਿਹੇ। ਪ੍ਰੋਫੈਸਰ ਸਾਹਿਬ ਨੂੰ ਉਠਾ ਲਓ, ਹੁਣ ਕੜੋ ਉਦਮ ਥੋੜਾ ਜਿਹਾ ਤੁਹਾਡੇ ਕੋਲ, ਤੇ ਨਾਲੇ ਗੁਰੂ ਗੋਬਿੰਦ ਸਿੰਘ ਵਾਲਾ ਅਸਲੀ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਤੁਹਾਡੇ ਕੋਲ ਆ। ਹੁਣ ਕੀ ਹੋ ਗਿਆ, 5 ਸਾਲ ਹੋ ਗਏ ਨੇ, ਉਹਦੇ ਤੋਂ ਬਾਅਦ ਤੁਹਾਨੂੰ 5 ਪਿਆਰੇ ਨਹੀਂ ਲੱਭੇ ਅਜੇ ਤੱਕ, ਜਾਂ ਕੀ ਕਾਰਨ ਸੀ ਵੀ ਜਿਹਨੂੰ ਤੁਸੀਂ ਅਸਲੀ ਅੰਮ੍ਰਿਤ ਕਹਿੰਦੇ ਹੋ ਗੁਰੂ ਗੋਬਿੰਦ ਸਿੰਘ ਵਾਲਾ, ਕਿ ਲੋਕੀ ਉਹ ਅਸਲੀ ਅੰਮ੍ਰਿਤ ਛਕਣ ਵਾਸਤੇ ਤਿਆਰ ਨਹੀਂ ਹੋ ਰਹੇ। ਪ੍ਰਭਦੀਪ ਸਿੰਘ ਜੀ, ਤੁਹਾਡਾ ਜਥਾ ਹੈ ਇੱਥੇ ਇੰਗਲੈਂਡ ਦੀ ਧਰਤੀ ਦੇ ਉੱਤੇ। ਬਖਸ਼ੀਸ਼ ਸਿੰਘ ਵੀ ਕਹਿੰਦਾ ਵੀ ਅਸੀਂ ਤੇ ਪੁਲਿਸ ਦੇ ਵਿੱਚ ਵੀ ਰਹੇ ਹਾਂ, ਅਸੀਂ ਸਾਰਾ ਕੁਝ ਕਰਨਾ ਜਾਣਦੇ ਹਾਂ, ਹੋਵੋ ਤਿਆਰ, ਕਰੋ ਉਦਮ, ਛਪਾਓ ਪੋਸਟਰ, 5-7 ਗੁਰਦੁਆਰਿਆਂ ਦੇ ਵਿੱਚ ਇੰਗਲੈਂਡ ਦੇ ਵਿੱਚ ਰੱਖੋ ਪ੍ਰੋਗਰਾਮ, ਕੈਨੇਡਾ ਦੇ ਵਿੱਚ 5-7 ਗੁਰਦੁਆਰਿਆਂ ਦੇ ਵਿੱਚ ਰੱਖੋ, ਅਮਰੀਕਾ ਦੇ ਵਿੱਚ ਰੱਖੋ, ਪੰਜਾਬ ਦੀ ਧਰਤੀ ਦੇ ਉੱਤੇ ਰੱਖੋ, ਕਰੋ ਪ੍ਰਚਾਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਜਿਹੜਾ ਅਸਲੀ ਅੰਮ੍ਰਿਤ ਤਿਆਰ ਕੀਤਾ ਗਿਆ ਸੀ, ਅਸੀਂ ਉਹ ਅੰਮ੍ਰਿਤ ਤਿਆਰ ਕਰਕੇ ਲੋਕਾਂ ਨੂੰ ਛਕਾਉਣਾ, ਜਾਂ ਕੇਵਲ ਉਦੋਂ ਇੱਕ ਡਰਾਮੀ ਕਰਨਾ ਸੀਗਾ। ਜਿਨ੍ਹਾਂ ਨੂੰ ਅੰਮ੍ਰਿਤ ਛਕਾਉਣਾ ਸੀ ਅਜੇ ਤੱਕ ਤੇ ਤੁਸੀਂ ਉਹਨਾਂ ਦੀਆਂ ਫੋਟੋਆਂ ਤੱਕ ਵੀ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀਆਂ ਵੀ ਉਹ ਕਿਹੜੇ ਯੋਧੇ ਸੀਗੇ, ਕਿਹੜੇ ਸੂਰਬੀਰ ਸੀਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਅਸਲੀ ਅੰਮ੍ਰਿਤ ਜਿਹੜਾ ਹੈ ਉਹ ਛਕਿਆ ਸੀ। ਲਿਆਓ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਵੀ। ਅੰਮ੍ਰਿਤ ਸੰਚਾਰ ਦੀ ਲਹਿਰ ਜਿਹੜੀ ਹੈ ਇੱਕ ਵਾਰੀ ਚਲਾਓ ਤੁਸੀਂ, ਕਿਉਂਕਿ ਤੁਸੀਂ ਤੇ ਦਾਅਵਾ ਕਰਦੇ ਪਏ ਹੋ ਨਾ ਵੀ ਤੁਸੀਂ ਤੇ ਇਨਕਲਾਬੀ ਹੋ, ਤੁਹਾਨੂੰ ਤੇ ਸੰਗਤਾਂ ਪਿਆਰ ਬਹੁਤ ਜ਼ਿਆਦਾ ਕਰਦੀਆਂ ਨੇ, ਤੁਹਾਨੂੰ ਤੇ ਥਾਂ ਥਾਂ ਦੇ ਉੱਤੇ 골ਡ ਮੈਡਲ ਦੇ ਕੇ ਸਤਿਕਾਰ ਕੀਤਾ ਜਾਂਦਾ ਤੁਹਾਡਾ, ਤੇ ਜਿਹੜੀਆਂ ਸੰਗਤਾਂ ਤੁਹਾਡਾ ਇੰਨਾ ਜ਼ਿਆਦਾ ਸਤਿਕਾਰ ਕਰਦੀਆਂ ਨੇ, ਤੁਹਾਨੂੰ ਸੋਨੇ ਦੇ ਮੈਡਲ ਦੇ ਦੇ ਕੇ ਤੁਹਾਨੂੰ ਸਨਮਾਨਿਤ ਕਰਦੀਆਂ ਨੇ, ਤੁਸੀਂ ਉਹਨਾਂ ਸੰਗਤਾਂ ਦੇ ਨਾਲ ਧੋਖਾ ਕਿਉਂ ਕਰਦੇ ਪਏ ਹੋ? ਜੇ ਤੁਹਾਡੇ ਕੋਲ ਅਸਲੀ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਮੌਜੂਦ ਹੈ, ਤੁਹਾਨੂੰ ਪਤਾ ਹੈ ਵੀ ਅਸਲੀ ਅੰਮ੍ਰਿਤ ਕਿਸ ਤਰੀਕੇ ਦੇ ਨਾਲ ਤਿਆਰ ਹੋਣਾ ਹੈ, ਤੇ ਉਸ ਅਸਲੀ ਅੰਮ੍ਰਿਤ ਤੋਂ ਤੁਸੀਂ ਸੰਗਤਾਂ ਨੂੰ ਵਾਂਝੇ ਕਿਉਂ ਰੱਖਦੇ ਪਏ ਹੋ? ਕਰੋ ਉਪਰਾਲਾ। ਜਾਂ ਫਿਰ ਇੱਥੇ ਵੀ ਕੋਈ ਗੁਰਬਾਣੀ ਦੀ ਪੰਕਤੀ ਸੁਣਾ ਦੇਣੀ ਹੈ ਵੀ ਵਕਤ ਵਿਚਾਰੇ ਸੋ ਬੰਦਾ ਹੋਏ, ਵੀ ਗੁਰੂ ਸਾਹਿਬ ਨੇ ਆਖਿਆ ਵੀ ਬੰਦੇ ਨੂੰ ਵਕਤ ਵਿਚਾਰਨਾ ਚਾਹੀਦਾ।
ਤੇ ਇਸ ਵਾਸਤੇ ਅਜੇ ਅਸਲੀ ਅੰਮ੍ਰਿਤ ਜਿਹੜਾ ਹੈ ਉਹ ਸੰਗਤਾਂ ਨੂੰ ਛਕਾਉਣ ਦਾ ਵਕਤ ਨਹੀਂ ਆਇਆ, ਜਾਂ ਇਸ ਤਰੀਕੇ ਦਾ ਕੋਈ ਹੋਰ ਪ੍ਰਮਾਣ ਦੇ ਕੇ ਤੁਸੀਂ ਸੁਰਖਰੂ ਹੋ ਜਾਣਾ ਆਪਣੀ ਜ਼ਿੰਮੇਵਾਰੀ ਤੋਂ। ਮੈਂ ਫਿਰ ਉਹ ਗੱਲ ਦੁਹਰਾ ਦਿਆਂ, ਗੁਰਬਾਣੀ ਦੀ ਵਰਤੋਂ ਅਸੀਂ ਆਪਣੀ ਰੋਜ਼ਾਨਾ ਦੀ ਬੋਲ ਚਾਲ ਦੇ ਵਿੱਚ ਕਰਨੀ ਹੈ, ਜਮ ਕੇ ਕਰੀਏ। ਪਰ ਗੁਰਬਾਣੀ ਦੀ ਵਰਤੋਂ ਕਰਨ ਵੇਲੇ ਜਿਨ੍ਹਾਂ ਗੁਰੂਆਂ ਨੇ ਉਹ ਬਾਣੀ ਉਚਾਰਨ ਕੀਤੀ ਹੈ, ਜਿਨ੍ਹਾਂ ਭਗਤਾਂ ਨੇ ਉਹ ਬਾਣੀ ਉਚਾਰਨ ਕੀਤੀ ਆ, ਉਹਨਾਂ ਗੁਰੂ ਸਾਹਿਬਾਨਾਂ ਵਾਲੀ, ਉਹਨਾਂ ਭਗਤਾਂ ਵਾਲੀ ਇਮਾਨਦਾਰੀ ਨੂੰ ਵੀ ਆਪਣੇ ਅੰਦਰ ਪਾਲੀਏ। ਜੇ ਅਸੀਂ ਬੇਈਮਾਨ ਹੋ ਕੇ ਆਪਣੇ ਸਵਾਰਥਾਂ ਦੀ ਪੂਰਤੀ ਵਾਸਤੇ, ਆਪਣਾ ਗੁੱਸਾ ਕੱਢਣ ਵਾਸਤੇ, ਦੂਸਰੇ ਨੂੰ ਝਗੜੇ ਦੇ ਵਿੱਚ ਨੀਵਾਂ ਦਿਖਾਉਣ ਵਾਸਤੇ, ਦੂਸਰੇ ਨੂੰ ਚਰਚਾ ਦੇ ਵਿੱਚ ਹਰਾਉਣ ਵਾਸਤੇ ਜੇ ਅਸੀਂ ਗੁਰਬਾਣੀ ਦੀ ਵਰਤੋਂ ਕਰਨੀ ਹੈ, ਤੇ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਵਰਤੋਂ ਕਰਨ ਦੇ ਉੱਤੇ ਕੋਈ ਨਾ ਕੋਈ ਕੁੰਡਾ ਜਿਹੜਾ ਹੈ ਕਿਸੇ ਨਾ ਕਿਸੇ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੂਰਜ ਪ੍ਰਕਾਸ਼ ਦੀ ਮੈਂ ਲੜੀ ਸ਼ੁਰੂ ਕੀਤੀ ਹੋਈ ਆ, ਉਸ ਨੂੰ ਜਾਰੀ ਰੱਖਣ ਦਾ ਯਤਨ ਕਰਾਂਗਾ। ਇਸ ਦੇ ਨਾਲ ਨਾਲ ਮੈਂ ਸੋਚਦਾ ਕਿ ਵਿੱਚ ਕਦੇ ਗੁਰਬਾਣੀ ਦੇ ਕੁਝ ਸ਼ਬਦ ਜਿਹੜੇ ਹਨ ਉਹ ਵੀ ਸਰੋਤਿਆਂ ਦੇ ਨਾਲ ਮੈਂ ਸਾਂਝੇ ਕਰਨ ਦਾ ਯਤਨ ਕਰਦਾ ਰਹਾਂ, ਭਾਵੇਂ ਕਿ ਉਹਨਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਜ਼ਿਆਦਾ ਨਾ ਹੋਵੇ, ਪਰ ਫਿਰ ਵੀ ਆਪਣੇ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਗੁਰਬਾਣੀ ਸਮਝ ਦੇ ਵਿੱਚ ਮੈਨੂੰ ਪੈਂਦੀ ਹੈ, ਉਸੇ ਤਰੀਕੇ ਦੇ ਨਾਲ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਕਿਉਂਕਿ ਦੇਖੋ, ਜੇ ਜੋ ਸੰਪਰਦਾਇਆਂ ਨੇ ਫਰੀਦਕੋਟੀ ਟੀਕੇ ਦੇ ਵਿੱਚ ਅਰਥ ਕੀਤੇ ਨੇ, ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨਾਲੋਂ ਵੱਖਰੇ ਅਰਥ ਕਰ ਸਕਦੇ ਆ, ਭਾਈ ਵੀਰ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਦੇ ਨਾਲੋਂ ਵੱਖਰੇ ਅਰਥ ਕਰ ਸਕਦੇ ਆ, ਮਸਕੀਨ ਦੇ ਭਾਈ ਵੀਰ ਸਿੰਘ ਦੇ ਨਾਲੋਂ ਵੱਖਰੇ ਅਰਥ ਹੋ ਸਕਦੇ ਆ, ਪ੍ਰੋਫੈਸਰ ਦਰਸ਼ਨ ਸਿੰਘ ਦੇ ਮਸਕੀਨ ਦੇ ਨਾਲੋਂ ਵੱਖਰੇ ਅਰਥ ਹੋ ਸਕਦੇ ਆ। ਤੇ ਭਾਈ ਫਿਰ ਸਾਨੂੰ ਵੀ ਹੱਕ ਆ, ਅਸੀਂ ਵੀ ਆਪਣੇ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਸਾਨੂੰ ਗੁਰਬਾਣੀ ਸਮਝ ਦੇ ਵਿੱਚ ਪੈਂਦੀ ਹੈ, ਅਸੀਂ ਵੀ ਉਸ ਤਰੀਕੇ ਦੇ ਨਾਲ ਉਹਦੇ ਅਰਥ ਜਿਹੜੇ ਹਾਂ ਉਹ ਕਰ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਇਤਿਹਾਸ ਦੀ ਗੱਲ ਆ। ਪ੍ਰਭਦੀਪ ਸਿੰਘ ਜੀ, ਤੁਸੀਂ ਪੁੱਛਦੇ ਸੀ, ਤੁਹਾਡਾ ਵਿਦਵਾਨ ਹਰਦੇਵ ਸਿੰਘ ਜੰਮੂ, ਉਸ ਦੀ ਵੀ ਇੱਕ ਲਿਖੀ ਹੋਈ ਚਿੱਠੀ ਮੈਨੂੰ ਮੇਰੇ ਇੱਕ ਮਿੱਤਰ ਨੇ ਭੇਜੀ। ਪਤਾ ਨਹੀਂ ਉਹ ਚਿੱਠੀਆਂ ਲਿਖ ਕੇ ਕਿੱਥੇ ਪਾਈ ਜਾ ਰਿਹਾ, ਪਰ ਇੱਕ ਚਿੱਠੀ ਉਹਦੀ ਮੇਰੇ ਤੱਕ ਅਪੜੀ ਆ ਕਿ ਮੇਰੇ ਕੋਲ ਇਤਿਹਾਸ ਦੇ ਸਰੋਤ ਕਿਹੜੇ ਆ। ਦੇਖੋ, ਜਿੰਨਿਆਂ ਵੀ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਹੈ ਉਹ ਕੋਈ ਗੁਰੂ ਸਾਹਿਬ ਦੇ ਗੜਵਈ ਨਹੀਂ ਰਹੇ। ਉਹਨਾਂ ਦੇ ਵਿੱਚੋਂ ਇੱਕ ਵੀ ਗੁਰੂ ਸਾਹਿਬ ਦਾ ਗੜਵਈ ਨਹੀਂ ਰਿਹਾ। ਕਿਸੇ ਨੇ 100 ਸਾਲ ਬਾਅਦ ਲਿਖਿਆ, ਕਿਸੇ ਨੇ 200 ਸਾਲ ਬਾਅਦ ਲਿਖਿਆ, ਕਿਸੇ ਨੇ 400 ਸਾਲ ਬਾਅਦ ਲਿਖਿਆ। ਜੇ ਉਹ ਇਤਿਹਾਸਕਾਰ ਆਪੋ ਆਪਣੇ ਤਰੀਕੇ ਦੇ ਨਾਲ ਇਤਿਹਾਸਕ ਘਟਨਾਵਾਂ ਨੂੰ ਲਿਖ ਸਕਦੇ ਆ, ਤੇ ਅਸੀਂ ਵੀ ਵਿਚਾਰ ਸਕਦੇ ਹਾਂ ਕਿ ਇਹ ਘਟਨਾ ਇਸ ਤਰੀਕੇ ਦੇ ਨਾਲ ਘਟੀ ਹੋ ਸਕਦੀ ਹੈ ਜਾਂ ਨਹੀਂ ਘਟੀ ਹੋ ਸਕਦੀ। ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਅੰਮ੍ਰਿਤ ਤਿਆਰ ਕਰਨ ਦੀ ਘਟਨਾ ਜਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਨੇ ਬਿਆਨ ਕੀਤੀ ਆ, ਜਾਗਰੂਕੋ, ਜੇ ਤੁਹਾਡਾ ਦੁਸ਼ਟ ਦਮਨ ਵੀ ਮੈਨੂੰ ਆਣ ਕੇ ਇਹ ਗੱਲ ਆਖੇ ਨਾ ਕਿ ਇਹ ਘਟਨਾ ਇਸੇ ਤਰੀਕੇ ਦੇ ਨਾਲ ਹੀ ਘਟੀ ਸੀ, ਇਸੇ ਤਰੀਕੇ ਦੇ ਨਾਲ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਬੈਠ ਕੇ ਮੈਂ 1 ਸਾਲ ਪੰਡਤ ਦਾ ਦਿੱਤਾ ਹੋਇਆ ਉਣ ਮੁਣਮਣ ਵਾਲਾ ਮੰਤਰ ਜਿਹੜਾ ਉਹਦਾ ਜਾਪ ਕੀਤਾ ਸੀ, ਲੱਖਾਂ ਦੀ ਸਮੱਗਰੀ ਜਿਹੜੀ ਹੈ ਇੱਥੇ ਮੈਂ ਹਵਨ ਕੀਤੀ ਸੀ, ਤੇ ਫਿਰ ਸਾਲ ਬਾਅਦ ਜਾ ਕੇ ਉਹ ਦੇਵੀ ਨਗਨ ਰੂਪ ਦੇ ਵਿੱਚ ਪ੍ਰਗਟ ਹੋ ਕੇ ਮੇਰੇ ਸਾਹਮਣੇ ਪੇਸ਼ ਹੋਈ ਸੀ। ਫਿਰ ਉਸ ਦੇਵੀ ਨੇ ਮੈਨੂੰ ਕਰਦ ਦਿੱਤੀ ਸੀ, ਜਿਸ ਕਰਦ ਦੇ ਨਾਲ ਮੈਂ ਅੰਮ੍ਰਿਤ ਤਿਆਰ ਕੀਤਾ, ਤੇ ਫਿਰ ਉਸ ਦੇਵੀ ਦੇ ਚੌਰ ਬਰਦਾਰ ਲੰਕੜੀਏ ਨੇ ਮੈਨੂੰ ਕਸ਼ਹਿਰਾ ਦਿੱਤਾ, ਜਿਹੜਾ ਉਹ ਕਸ਼ਹਿਰਾ ਮੈਂ ਆਪਣੇ ਖਾਲਸਾ ਪੰਥ ਨੂੰ ਦਿੱਤਾ। ਜੇ ਉਹ ਤੁਹਾਡਾ ਦੁਸ਼ਟ ਦਮਨ ਵੀ ਆ ਕੇ ਆਖੇ ਨਾ ਵੀ ਇਹ ਘਟਨਾ ਇਸੇ ਤਰੀਕੇ ਦੇ ਨਾਲ ਘਟੀ ਹੈ, ਮੈਂ ਫਿਰ ਵੀ ਉਸ ਘਟਨਾ ਨੂੰ ਨਹੀਂ ਮੰਨਾਂਗਾ। ਉਹ ਗੁਰੂ ਮੇਰਾ ਵੀ ਉਨਾ ਹੀ ਆ। ਜਿਸ ਤਰੀਕੇ ਦੇ ਨਾਲ ਗੁਰੂ ਦੀ ਸਿੱਖਿਆ ਮੇਰੀ ਸਮਝ ਦੇ ਵਿੱਚ ਪਈ ਆ, ਮੈਂ ਉਸੇ ਤਰੀਕੇ ਦੇ ਨਾਲ ਉਸ ਨੂੰ ਬਿਆਨ ਕਰਨ ਦਾ ਯਤਨ ਜਿਹੜਾ ਹੈ ਉਹ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।